परम सन्मानयोग गुरु रूप गुरु खालसा साध संगत जी। वाहिगुरु जी का खालसा वाहिगुरु जी की फतेह। एक दिन धन श्री गुरु अर्जन देव साहब जी महाराज संगतां विच दीवान लगा के बैठे सन। संगतां विच भाई मूला, भाई सूजा धावणे, भाई चंदू, भाई रामदास भंडारिया, भाई बाला ते भाई साईंदास जी भी बैठे सन। ਛੇਆਂ ने मिल के श्री गुरु अर्जन देव साहब जी ਨੂੰ ਮੱਥਾ ਟੇਕਿਆ ਤੇ ਉਹਨਾਂ ਦੇ ਕੋਲ ਆਏ। ਚਰਨ ਕਮਲਾਂ ਤੇ ਬੰਦਨਾ ਕਰਕੇ ਉਹਨਾਂ ਨੇ ਬੇਨਤੀ ਕੀਤੀ, हे गुरु गरीब निवास जी, सब ਜਾਣਦੇ ਹਨ ਕਿ ਪ੍ਰਾਣੀ ਦੋ ਤਰ੍ਹਾਂ ਨਾਲ ਕਰਮ ਕਰਦਾ ਹੈ। ਕਈ ਤਾਂ ਆਪਣੇ ਸਵਾਰਥ ਲਈ ਕਰਦੇ ਹਨ ਤੇ ਕਈ ਸਵਾਰਥ ਰਹਿਤ ਹੋ ਕੇ ਕਰਮ ਕਰਦੇ ਹਨ। ਜਦੋਂ ਸਾਰੇ ਧਰਮਰਾਜ ਦੇ ਪਾਸ ਜਾਂਦੇ ਹਨ ਤਾਂ ਉੱਥੇ ਪਾਪਾਂ ਤੇ ਪੁੰਨਾਂ ਦਾ ਲੇਖਾ ਹੁੰਦਾ ਹੈ। ਕੀ ਦੋਹਾਂ ਦੇ ਫਲ ਵੱਖਰੇ ਵੱਖਰੇ ਹਨ? ਕੀ ਪਾਪ ਦੇ ਦੁੱਖ ਤੇ ਪੁੰਨਾਂ ਦੇ ਸੁੱਖ ਅੱਡ ਅੱਡ ਮਿਲਣਗੇ, ਜਾਂ ਪਾਪ ਪੁੰਨ ਆਪੋ ਵਿੱਚ ਕੱਟ ਕੇ ਜੋ ਬਾਕੀ ਬਚੇ ਉਸ ਦਾ ਹੀ ਫਲ ਮਿਲੇਗਾ? ਇਹ ਸੁਣ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ, ਚਾਰ ਪ੍ਰਕਾਰ ਦੇ ਸਿੱਖ ਹੁੰਦੇ ਹਨ। ਇੱਕ ਸਹਿਕਾਮ ਕਰਮ ਨੂੰ ਕਰਦੇ ਹਨ, ਦੂਸਰੇ ਨਿਸ਼ਕਾਮ ਕਰਨ ਨੂੰ ਧਾਰਨ ਕਰਦੇ ਹਨ। ਜਿਹੜੇ ਪੂਜਾ ਕਰਦੇ ਹਨ ਉਹਨਾਂ ਨੂੰ ਤੀਸਰੀ ਪ੍ਰਕਾਰ ਦੇ ਸਿੱਖ ਪਛਾਣੋ। ਚੌਥੇ ਉਹ ਹਨ ਜਿਹੜੇ ਬ੍ਰਹਮ ਗਿਆਨੀ ਹਨ। ਤੁਸੀਂ ਚਾਰਾਂ ਬਾਰੇ ਪੁੱਛੋ, ਕੌਣ ਕਿਵੇਂ ਕਿਵੇਂ ਹਨ, ਤਾਂ ਕਿ ਉਸ ਤਰ੍ਹਾਂ ਮੈਂ ਤੁਹਾਨੂੰ ਦੱਸਾਂ। ਇਹ ਸੁਣ ਕੇ ਸਿੱਖਾਂ ਨੇ ਕਿਹਾ, ਜਿਹੜੇ ਚਾਰ ਤਰ੍ਹਾਂ ਦੇ ਸਿੱਖ ਹਨ, ਜਿਵੇਂ ਇਹਨਾਂ ਦਾ ਬਿਰਤਾਂਤ ਹੈ ਉਸ ਤਰ੍ਹਾਂ ਹੀ ਤੁਸੀਂ ਉਚਾਰਨ ਕਰਕੇ ਸਾਨੂੰ ਸੁਣਾਓ। ਗੁਰੂ ਜੀ ਕਹਿਣ ਲੱਗੇ, ਜਿਵੇਂ ਇੱਕ ਮਹਾਨ ਮਹਾਰਾਜਾ ਹੁੰਦਾ ਹੈ, ਚਾਰ ਪ੍ਰਕਾਰ ਦੀ ਉਸਦੀ ਪਰਜਾ ਹੈ। ਇੱਕ ਤਾਂ ਬਹੁਤ ਖੇਤੀ ਕਰਦੇ ਹਨ। ਰਾਜੇ ਦੇ ਬੰਦੇ ਉਹਨਾਂ ਦੇ ਉੱਤੇ ਤਾਇਨਾਤ ਰਹਿੰਦੇ ਹਨ। ਜੋ ਅੰਨ ਪੈਦਾ ਹੁੰਦਾ ਹੈ ਉਸ ਵਿੱਚੋਂ ਹਿੱਸਾ ਲੈਂਦੇ ਹਨ। ਸਦਾ ਉਗਰਾਉਣ ਵਾਲਾ ਦਾਣਿਆਂ ਦੀ ਵੰਡਾਈ ਕਰਦਾ ਹੈ। ਜੇ ਜ਼ਿਮੀਂਦਾਰ ਭੁੱਲ ਕੇ ਵੀ ਅਮਾਨਤ ਵਿੱਚ ਖਿਆਨਤ ਕਰੇ ਤਾਂ ਉਸ ਨੂੰ ਸਜ਼ਾ ਦਿੰਦੇ ਹਨ ਤੇ ਚੌਕਸੀ ਰੱਖਦੇ ਹਨ। ਜਿੰਨਾ ਅੰਨ ਵੀ ਪੈਦਾ ਹੁੰਦਾ ਹੈ ਸਾਰੇ ਦਾ ਹਿੱਸਾ ਵੰਡਾ ਲੈਂਦੇ ਹਨ। ਦੂਸਰੇ ਉਹ ਹਨ ਜਿਹੜੇ ਜ਼ਮੀਨ ਪਟੇ 'ਤੇ ਲੈ ਲੈਂਦੇ ਹਨ। 6 ਮਹੀਨੇ ਬਾਅਦ ਰਾਜੇ ਦੇ ਬੰਦੇ ਜਾਂਦੇ ਹਨ। ਜਿੰਨੀ ਰਕਮ ਪਟੇ ਵਿੱਚ ਲਿਖੀ ਹੁੰਦੀ ਹੈ ਓਨੀ ਉਹ ਅਦਾ ਕਰ ਦਿੰਦਾ ਹੈ। ਹੋਰ ਕਿਸੇ ਪ੍ਰਕਾਰ ਦੀ ਉਹ ਚਿੰਤਾ ਨਹੀਂ ਕਰਦਾ। ਤੀਸਰੀ ਤਰ੍ਹਾਂ ਦੇ ਮਨੁੱਖ ਸੌਗਾਤੀ ਜਾਣੋ। ਉਹ ਰਾਜੇ ਦੀ ਹੱਦ ਵਾਲੀ ਥਾਂ 'ਤੇ ਵਾਸਾ ਕਰਦੇ ਹਨ। ਕਦੇ ਕਦੇ ਸੌਗਾਤਾਂ ਆਦਿ ਪ੍ਰਸੰਨ ਹੋ ਕੇ ਰਾਜੇ ਦੇ ਕੋਲ ਭੇਜ ਦਿੰਦੇ ਹਨ। ਉਹ ਬਹੁਤ ਪਿੰਡਾਂ 'ਤੇ ਰਾਜ ਕਰਦੇ ਹਨ ਤੇ ਪੈਸੇ ਲੈ ਕੇ ਸਾਰੇ ਸੁੱਖ ਭੋਗਦੇ ਹਨ। ਚੌਥੇ ਉਹ ਹਨ ਜਿਨ੍ਹਾਂ ਨੂੰ ਰਾਜੇ ਵੱਲੋਂ ਮਾਫੀ ਮਿਲੀ ਹੁੰਦੀ ਹੈ। ਉਹ ਆਪਣੀ ਮਰਜ਼ੀ ਨਾਲ ਰਾਜ ਕਰਦੇ ਹਨ। ਰਾਜੇ ਦੇ ਨਾਲ ਚੜ੍ਹ ਕੇ ਜਾਂਦੇ ਹਨ ਤਾਂ ਸਾਰਿਆਂ ਉੱਤੇ ਆਪਣਾ ਹੁਕਮ ਚਲਾਉਂਦੇ ਹਨ। ਖਾਣਾ ਤੇ ਦਾਣਾ ਜੋ ਵੀ ਹੁੰਦਾ ਹੈ ਉਹ ਮਹਾਰਾਜੇ ਦੇ ਕੋਲੋਂ ਹੀ ਲੈਂਦੇ ਹਨ। ਸੋ ਸਿੱਖੋ, ਪ੍ਰਭੂ ਦੀ ਪਰਜਾ ਵੀ ਇਸ ਤਰ੍ਹਾਂ ਚਾਰ ਪ੍ਰਕਾਰ ਦੀ ਜਾਣੋ। ਇੱਕ ਤਾਂ ਕਾਮਨਾ ਵਾਲੀ ਬਿਰਤੀ ਰੱਖਦੇ ਹਨ। ਉਹਨਾਂ ਨੂੰ ਕਾਮ ਕ੍ਰੋਧ ਦਾ ਟੈਕਸ ਲੱਗਦਾ ਹੈ। ਉਹ ਕਦੇ ਵੀ ਹਰੀ ਦੇ ਨਾਮ ਵਿੱਚ ਨਹੀਂ ਭੇਜਦੇ। ਤੀਰਥ, ਦਾਨ ਤੇ ਵਰਤ ਜਿਹੜੇ ਉਹ ਰੱਖਦੇ ਹਨ ਉਹਨਾਂ ਨੂੰ ਕਾਮਨਾ ਧਾਰਨ ਨਾਲ ਅਦੁੱਤੀ ਫਲ ਪ੍ਰਾਪਤ ਹੁੰਦਾ ਹੈ। ਫਿਰ ਉਹਨਾਂ ਨੂੰ ਧਰਮ ਰਾਏ ਸਜ਼ਾ ਦਿੰਦਾ ਹੈ ਤੇ ਭਿਆਨਕ ਨਰਕਾਂ ਦੀਆਂ ਸਜ਼ਾਵਾਂ ਪ੍ਰਾਪਤ ਕਰਦੇ ਹਨ। ਫਿਰ ਪੁੰਨ ਪਾਪ ਦੇ ਵੱਖਰੇ ਵੱਖਰੇ ਫਲ ਭੋਗਦੇ ਹਨ। ਕਦੇ ਸੁੱਖ ਪ੍ਰਾਪਤ ਕਰਦੇ ਹਨ ਤੇ ਕਦੇ ਦੁੱਖ ਲੈਂਦੇ ਹਨ। ਜੇ ਇੱਕ ਨਿਸ਼ਕਾਮ ਸ਼ੁਭ ਕਰਮ ਕਰਦੇ ਹਨ ਤਾਂ ਧਰਮ ਕਰਕੇ ਪ੍ਰਸੰਨਤਾ ਧਾਰਨ ਕਰਦੇ ਹਨ। ਜੇ ਅਚਨਚੇਤ ਪਾਪ ਹੋ ਜਾਵੇ ਤਾਂ ਉਹਨਾਂ ਦਾ ਲੇਖਾ ਇੱਕ ਥਾਂ ਕਰਕੇ ਪੁੰਨਾਂ ਨਾਲ ਪਾਪ ਪੂਰੇ ਕਰਕੇ ਜੋ ਪੁੰਨ ਬਾਕੀ ਰਹਿੰਦੇ ਹਨ ਤਾਂ ਉਹਨਾਂ ਨੂੰ ਵਿਸ਼ੇਸ਼ ਆਨੰਦ ਨਾਲ ਭੋਗਦੇ ਹਨ। ਜੇ ਉਸਦੇ ਪਾਪ ਜ਼ਿਆਦਾ ਹੋਣ ਤਾਂ ਪਾਪਾਂ ਨਾਲ ਪੁੰਨ ਪੂਰੇ ਕਰਕੇ ਜੋ ਪਾਪ ਬਾਕੀ ਰਹਿੰਦੇ ਹਨ ਉਹਨਾਂ ਨਾਲ ਉਹਨਾਂ ਨੂੰ ਦੁੱਖ ਮਿਲਦਾ ਹੈ। ਜਿਨ੍ਹਾਂ ਦੇ ਪੁੰਨ ਬਲਵਾਨ ਹੁੰਦੇ ਹਨ ਉਹਨਾਂ ਦੇ ਪਾਪ ਸ਼ਕਤੀਹੀਨ ਹੋ ਜਾਂਦੇ ਹਨ। ਇਸ ਤਰ੍ਹਾਂ ਤੁਸੀਂ ਜਾਣੋ। ਤੀਸਰੇ ਸਿੱਖ ਉਹ ਹਨ ਜਿਹੜੇ ਪਰਮਾਤਮਾ ਦੇ ਉਪਾਸ਼ਕ ਹਨ। ਜਿਨ੍ਹਾਂ ਦੇ ਮਨ ਭਗਤੀ ਵਿੱਚ ਪਰੋਤੇ ਹੋਏ ਹਨ। ਉਹ ਜਾਣ ਬੁੱਝ ਕੇ ਕਦੇ ਵੀ ਪਾਪ ਨਹੀਂ ਕਰਦੇ। ਜੇ ਕਦੇ ਪਾਪ ਹੋ ਵੀ ਜਾਂਦਾ ਹੈ ਤਾਂ ਉਹ ਅਣਜਾਣੇ ਵਿੱਚ ਹੁੰਦਾ ਹੈ। ਤਾਂ ਬੜੇ ਪ੍ਰਸੰਨ ਹੋ ਕੇ ਧਰਮ ਦੇ ਕਾਰਜ ਕਰਦੇ ਹਨ ਤੇ ਪਾਪਾਂ ਨੂੰ ਮਾਤ ਪਾ ਕੇ
ਸਦਾ ਸੁੱਖ ਭੋਗਦੇ ਹਨ। ਉਹ ਸਦਾ ਪ੍ਰਭੂ ਦੇ ਨੇੜੇ ਰਹਿੰਦੇ ਹਨ ਤੇ ਜਨਮ ਮਰਨ ਦੇ ਚੱਕਰ ਵਿੱਚ ਫਿਰ ਪੈਂਦੇ ਨਹੀਂ ਹਨ। ਜਿਹੜੇ ਪ੍ਰਭੂ ਦੇ ਹੁਕਮ ਨਾਲ ਜਨਮ ਲੈਂਦੇ ਹਨ ਉਹ ਭਗਤੀ ਕਰਦੇ ਹਨ ਤੇ ਮਨ ਵਿੱਚ ਗਿਆਨੀ ਹੁੰਦੇ ਹਨ। ਜਨਮ ਮਰਨ ਦੇ ਬੰਧਨ ਦੂਰ ਕਰਦੇ ਹਨ ਤੇ ਸਿਧਾਂਤ ਨੂੰ ਜਾਣ ਕੇ ਨਿਰਮਾਣ ਪਦਵੀ ਪ੍ਰਾਪਤ ਕਰਦੇ ਹਨ। ਜਿਹੜਾ ਕਾਮਨਾ ਸਹਿਤ ਭਗਤ ਹੁੰਦਾ ਹੈ ਉਹ ਸਰੀਰ ਛੱਡ ਕੇ ਸਵਰਗ ਭੋਗ ਕੇ ਫਿਰ ਬਹੁਤ ਧਨੀ ਦੇ ਘਰ ਜਨਮ ਲੈਂਦਾ ਹੈ ਤੇ ਸਤਸੰਗਤ ਵਿੱਚ ਮਿਲ ਕੇ ਜਨਮ ਨੂੰ ਸੁਧਾਰਦਾ ਹੈ। ਉਹ ਮੁਕਤੀ ਪ੍ਰਾਪਤ ਕਰਕੇ ਬੰਧਨਾਂ ਤੋਂ ਛੁਟਕਾਰਾ ਪਾ ਲੈਂਦੇ ਹਨ। ਜਿਹੜੇ ਨਿਸ਼ਕਾਮ ਭਗਤੀ ਨਾਲ ਪ੍ਰੇਮ ਕਰਦੇ ਹਨ, ਪ੍ਰਭੂ ਦੇ ਹੁਕਮ ਅਨੁਸਾਰ ਜੋ ਜਨਮ ਲੈਂਦੇ ਹਨ, ਉਹ ਸੰਤਾਂ ਦੇ ਘਰ ਵਿੱਚ ਜਨਮ ਲੈਂਦੇ ਹਨ। ਭਗਤੀ ਕਰਕੇ ਉਹ ਆਤਮ ਗਿਆਨ ਪ੍ਰਾਪਤ ਕਰਦੇ ਹਨ ਤੇ ਬਾਅਦ ਵਿੱਚ ਨਿਰਵਾਣ ਪਦਵੀ ਪ੍ਰਾਪਤ ਕਰਦੇ ਹਨ। ਜਿਵੇਂ ਇੱਕ ਮਨੁੱਖ ਘੋੜੇ ਦੀ ਸੌਗਾਤ ਭੇਜ ਦਿੰਦਾ ਹੈ ਤਾਂ ਫਿਰ ਰਾਜਾ ਰਾਜ਼ੀ ਰਹਿੰਦਾ ਹੈ। ਇਸ ਤਰ੍ਹਾਂ ਭਜਨ ਕਰਕੇ ਸੁਖੀ ਰਹਿੰਦੇ ਹਨ। ਜਿਹੜੇ ਗਿਆਨੀ ਜਗਤ ਨੂੰ ਝੂਠ ਸਮਝਦੇ ਹਨ, ਸਰੀਰ ਤੇ ਕਰਮ ਸਭ ਨੂੰ ਝੂਠ ਜਾਣਦੇ ਹਨ ਤੇ ਅਹੰਕਾਰ ਮੋਹ ਕਦੇ ਵੀ ਧਾਰਨ ਨਹੀਂ ਕਰਦੇ। ਜਿਵੇਂ ਸੂਰਜ ਨੇੜੇ ਹਨੇਰਾ ਨਹੀਂ ਜਾਂਦਾ, ਉਸ ਤਰ੍ਹਾਂ ਉਹਨਾਂ ਦੇ ਪਾਸ ਕੋਈ ਵੀ ਵਿਕਾਰ ਨਹੀਂ ਆਉਂਦਾ। ਜੀਵਨ ਮੁਕਤੀ ਪਾ ਕੇ ਵਿਸ਼ਾਲ ਆਨੰਦ ਪਾਉਂਦੇ ਹਨ ਤੇ ਮਨ ਤਨ ਨੂੰ ਕਦੇ ਵੀ ਦੁੱਖ ਨਹੀਂ ਵਿਆਪਦੇ। ਗੁਰੂ ਜੀ ਦੇ ਬਚਨ ਸੁਣ ਕੇ ਸਿੱਖਾਂ ਨੇ ਪੁੱਛਿਆ, ਤਿੰਨਾਂ ਦੇ ਮਹਾਨ ਕਰਮ ਹਨ, ਕਿਸੇ ਨੁਕਸਾਨ ਹੋਣ ਤੋਂ ਬਗੈਰ ਕਿਵੇਂ ਭੋਗੀਏ? ਗੁਰੂ ਜੀ ਨੇ ਕਿਹਾ, ਸੇਵਕ ਪੁੰਨ ਲੈ ਜਾਂਦੇ ਹਨ ਤੇ ਨਿੰਦਕ ਦੁੱਖਾਂ ਨੂੰ ਪੈਦਾ ਕਰਨ ਵਾਲੇ ਪਾਪ ਲੈ ਜਾਂਦੇ ਹਨ। ਬ੍ਰਹਮ ਗਿਆਨੀ ਸਦਾ ਨਿਰਲੇਪ ਰਹਿੰਦੇ ਹਨ, ਕਰਮਾਂ ਦਾ ਫਲ ਉਹਨਾਂ ਨੂੰ ਨਹੀਂ ਹੁੰਦਾ। ਗੁਰੂ ਜੀ ਦੇ ਐਸੇ ਬਚਨ ਸੁਣ ਕੇ ਸਿੱਖਾਂ ਨੇ ਆਪਣੇ ਹਿਰਦੇ ਅੰਦਰ ਸ਼ਾਂਤੀ ਪ੍ਰਾਪਤ ਕੀਤੀ। ਫਿਰ ਦੋ ਸਿੱਖ, ਭਾਈ ਬਿਸ਼ਨ ਤੇ ਭਾਈ ਸੁੰਦਰ ਜੀ, ਇਹ ਦੋਨੋਂ ਮਿਲ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆਏ। ਦੀਨ ਹੋ ਕੇ ਚਰਨਾਂ ਤੇ ਟਹਿ ਪਏ। ਕਹਿਣ ਲੱਗੇ, ਸਾਡਾ ਉਧਾਰ ਕਰੋ। ਸਾਰੇ ਸੰਸਾਰ ਵਿੱਚ ਤੁਹਾਡਾ ਬਹੁਤ ਜਸ ਹੋ ਰਿਹਾ ਹੈ। ਗੁਰੂ ਜੀ ਨੇ ਮੁਖ ਤੋਂ ਫਰਮਾਇਆ, ਆਪਣਾ ਮਨ ਦੀਨ ਰੱਖ ਕੇ ਸੇਵਾ ਕਰਿਆ ਕਰੋ। ਸੁੰਦਰ ਨਾਮੀ ਸਿੱਖ ਜੰਗਲ ਵਿੱਚ ਜਾ ਕੇ ਲੱਕੜੀਆਂ ਲਿਆਉਂਦਾ ਸੀ ਤੇ ਜਲ ਭਰ ਕੇ ਲੰਗਰ ਵਿੱਚ ਲਿਆਉਂਦਾ ਸੀ। ਜਿਹੜਾ ਭਾਈ ਬਿਸ਼ਨ ਸੀ ਉਹ ਪਿਛਲੀ ਰਾਤੀ ਜਾਗਦਾ ਸੀ ਤੇ ਸਵੇਰੇ ਉੱਠ ਕੇ ਸਿੱਖਾਂ ਦੀ ਸੇਵਾ ਵਿੱਚ ਲੱਗ ਜਾਂਦਾ ਸੀ। ਗਰਮ ਪਾਣੀ ਕਰਕੇ ਸਿੱਖਾਂ ਨੂੰ ਇਸ਼ਨਾਨ ਕਰਵਾਉਂਦਾ ਸੀ ਤੇ ਚਰਨਾਂ ਦੀ ਸਾਰੀ ਮੈਲ ਦੂਰ ਕਰਦਾ ਸੀ। ਗੁਰੂ ਜੀ ਦਾ ਉਪਦੇਸ਼ ਮਨ ਲਾ ਕੇ ਸੁਣਦਾ ਸੀ ਤੇ ਸਾਰਿਆਂ ਸਿੱਖਾਂ ਦੀ ਸੇਵਾ ਕਰਦਾ ਸੀ। ਦੋਵਾਂ ਨੇ ਅੰਤ ਸਮੇਂ ਕਲਿਆਣ ਪ੍ਰਾਪਤ ਕੀਤਾ ਤੇ ਜਨਮ ਮਰਨ ਦੇ ਬੰਧਨ ਉਹਨਾਂ ਦੇ ਦੂਰ ਹੋ ਗਏ। ਇਸੇ ਤਰ੍ਹਾਂ ਚਾਰ ਸਿੱਖ ਹੋਰ ਆਏ, ਚਾਰੋਂ ਜਾਤ ਦੇ ਚੱਡੇ ਸਨ। ਉਹ ਚੱਲ ਕੇ ਗੁਰੂ ਜੀ ਦੇ ਦਰਬਾਰ ਵਿੱਚ ਆਏ ਤੇ ਗੁਰੂ ਅਰਜਨ ਦੇਵ ਜੀ ਦੇ ਕੋਲ ਆ ਕੇ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਤੁਹਾਡੇ ਜਿਹੜੇ ਸ਼ੁਭ ਬਚਨ ਹਨ, ਬਹੁਤ ਵਿਧੀਆਂ ਨਾਲ ਅਸੀਂ ਉਹਨਾਂ ਦੇ ਅਰਥ ਵਿਚਾਰੇ ਹਨ। ਜਿਹੜਾ ਤੁਸੀਂ ਲਿਖਿਆ ਹੈ ਕਿ ਕਰੇ ਕਰਾਵੈ ਆਪੇ ਆਪ, ਮਾਨਖ ਕਹਿ ਕਿਛ ਨਾਹੀ ਹਾਥ, ਕਿ ਜਿਹੋ ਜਿਹਾ ਜੀਵ ਬੀਜਦਾ ਹੈ ਉਹ ਜਿਹਾ ਹੀ ਵੱਢ ਲੈਂਦਾ ਹੈ। ਇਹ ਸਰੀਰ ਅਮਲਾਂ ਦੀ ਧਰਤੀ ਹੈ। ਨਾ ਸ਼ੁਕਰੇ ਪ੍ਰਭੂ ਨੂੰ ਭੁਲਾ ਕੇ ਕਈ ਮਨੁੱਖ ਜੂਨਾਂ ਅੰਦਰ ਭਟਕਦੇ ਹਨ। ਜੇ ਪ੍ਰਭੂ ਆਪ ਹੀ ਕਰਦਾ ਹੈ ਤੇ ਕਰਾਉਂਦਾ ਹੈ, ਫਿਰ ਅਸੀਂ ਉਸ ਤਰ੍ਹਾਂ ਹੀ ਕਰੀਏ ਜਿਵੇਂ ਸਾਡੇ ਮਨ ਨੂੰ ਭਾਉਂਦਾ ਹੈ। ਫਿਰ ਇਸ ਪ੍ਰਾਣੀ ਨੂੰ ਦੋਸ਼ ਕਿਉਂ ਲੱਗਦਾ ਹੈ? ਜੇ ਕਰਮਾਂ ਅਨੁਸਾਰ ਹੀ ਫਲ ਭੁਗਤਨੇ ਹਨ ਤਾਂ ਵਿਚਾਰ ਕਰਕੇ ਕਰਮ ਕਰੀਏ, ਸ਼ੁਭ ਕਰਮਾਂ ਨੂੰ ਧਾਰਨ ਕਰੀਏ ਤੇ ਅਸ਼ੁਭ ਕਰਮਾਂ ਨੂੰ ਛੱਡ ਦਈਏ। ਸਾਰੀ ਬਾਣੀ ਆਪ ਜੀ ਦੀ ਰਚੀ ਹੋਈ ਹੈ, ਕਿਸ ਨੂੰ ਧਾਰਨ ਕਰਕੇ ਪ੍ਰਾਣੀ ਮੁਕਤੀ ਪ੍ਰਾਪਤ ਕਰੇ। ਉਹਨਾਂ ਦੀਆਂ ਗੱਲਾਂ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉੱਤਰ ਦਿੱਤਾ, ਤੁਹਾਡੇ ਕਲਿਆਣ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾਇਆ ਹੈ ਤਾਂ ਕਿ ਚਤੁਰ ਮਨੁੱਖ ਇਸ ਨੂੰ ਪੜ੍ਹੇ, ਕਮਾਵੇ ਤੇ ਸੁਣੇ। ਅਧਿਕਾਰੀਆਂ ਉੱਤੇ ਸ਼ਬਦ ਬਣਾਏ ਹਨ, ਜਿਵੇਂ ਅਧਿਕਾਰੀ ਹਨ ਉਸੇ ਤਰ੍ਹਾਂ ਕਮਾਈ ਕਰੇ। ਗੁਰਸਿੱਖ ਸਾਰੀ ਤਰ੍ਹਾਂ ਦੇ ਅਧਿਕਾਰਾਂ ਦੇ ਹਨ, ਉਹ ਆਪਣੀ ਨਿੱਜੀ ਬੁੱਧੀ ਨਾਲ ਪਰਖ ਕੇ ਗ੍ਰਹਿਣ ਕਰਦੇ ਹਨ। ਜਿਹੜੇ ਸਤ ਸੰਗਤ ਵਿੱਚ ਨਹੀਂ ਰੰਗੇ ਹਨ, ਉਹ ਗ੍ਰਸਤ ਵਿੱਚ ਫਸ ਕੇ ਰਾਜ ਕਮਾਉਂਦੇ ਹਨ। ਪਾਪ ਤੇ ਪੁੰਨ ਬਹੁਤ ਵਾਰ ਕਰਦੇ ਹਨ ਤੇ ਉਹ ਇਸ ਤੁਕ ਦੇ ਅਧਿਕਾਰੀ ਹਨ। ਜਿਹਾ ਬੀਜਾ ਸੋ ਲੁਣਾ, ਕਰਮਾ ਸੰਦੜਾ ਖੇਤ। ਜਿਹੋ ਜਿਹਾ ਪ੍ਰਾਣੀ ਬੀਜਦਾ ਹੈ ਉਹ ਜਿਹਾ ਹੀ ਉਹ ਵੱਢਦਾ ਹੈ। ਅਜਿਹਾ ਅਮਲਾਂ ਦਾ ਖੇਤ ਹੈ।
ਕਈ ਬੜੇ ਪ੍ਰੇਮ ਨਾਲ ਉਪਾਸਨਾ ਕਰਦੇ ਹਨ ਤੇ ਮਨ ਲਾ ਕੇ ਸਤਨਾਮ ਦਾ ਸਿਮਰਨ ਕਰਦੇ ਹਨ। ਉਹ ਸਾਰੇ ਪ੍ਰਾਣੀਆਂ ਵਿੱਚ ਪ੍ਰਭੂ ਨੂੰ ਵਿਚਾਰਦੇ ਹਨ ਤੇ ਇਹਨਾਂ ਵਰਗੇ ਹੀ ਇਸ ਤੁਕ ਦੇ ਅਧਿਕਾਰੀ ਹਨ। ਆਪ ਹੀ ਸਭ ਕੁਝ ਕਰਦਾ ਹੈ ਤੇ ਮਨੁੱਖਾਂ ਤੋਂ ਕਰਵਾਉਂਦਾ ਹੈ। ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ। ਮਨੁੱਖ ਹਿਰਦੇ ਵਿੱਚ ਇੰਜ ਨਿਸ਼ਚਾ ਧਾਰਨ ਕਰੇ ਕਿ ਸਭ ਵਿੱਚ ਪਰਮੇਸ਼ਰ ਵਰਤ ਰਿਹਾ ਹੈ। ਤੀਸਰਾ, ਸੱਤ ਤੇ ਵਿਚਾਰ ਕਰੇ ਤੇ ਸਦਾ ਬ੍ਰਹਮ ਦਾ ਨਿਰਣਾ ਧਾਰਨ ਕਰੇ। ਅਜਿਹੇ ਇਸ ਤੁਕ ਦੇ ਅਧਿਕਾਰੀ ਹਨ। ਸੁਣ ਕੇ ਮੰਨੇ, ਸਮਝੇ ਤੇ ਹਿਰਦੇ ਵਿੱਚ ਧਾਰਨ ਕਰੇ। ਬਿਲਾਵਲ ਮਹੱਲਾ ਪੰਜਵਾਂ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਮੈਂ ਹੁਣ ਪ੍ਰਭੂ ਨੂੰ ਨਹੀਂ ਵੇਖਦਾ ਹਾਂ, ਪ੍ਰਭੂ ਬਾਰੇ ਹੀ ਸੁਣਦਾ ਹਾਂ ਤੇ ਕੇਵਲ ਇੱਕ ਪ੍ਰਭੂ ਨੂੰ ਹੀ ਵਰਣਨ ਕਰਦਾ ਹਾਂ। ਪਰਮ ਆਤਮਾ ਹੀ ਸੰਸਾਰ ਨੂੰ ਬਣਾਉਣ ਵਾਲਾ ਹੈ। ਪ੍ਰਭੂ ਦੇ ਬਗੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਇਤਿਆਦ ਬਹੁਤ ਅਧਿਕਾਰ ਹਨ। ਅਸੀਂ ਮੁੱਖ ਤੋਂ 3 ਉਚਾਰਨ ਕੀਤੇ ਹਨ। ਜਿਸ ਤਰ੍ਹਾਂ ਵੈਦ ਬੜਾ ਬੁੱਧੀਮਾਨ ਹੁੰਦਾ ਹੈ, ਰੋਗੀ ਆ ਕੇ ਬੜੀ ਬੇਨਤੀ ਕਰਦਾ ਹੈ, ਨਾੜ ਤੇ ਮੂਤਰ ਵੇਖ ਕੇ ਰੋਗ ਲੱਭਦਾ ਹੈ, ਬਾਅਦ ਵਿੱਚ ਬਹੁਤ ਦਵਾਈਆਂ ਦਿੰਦਾ ਹੈ, ਉਸੇ ਤਰ੍ਹਾਂ ਹੀ ਜਦ ਸਿੱਖ ਗੁਰੂ ਜੀ ਦੇ ਪਾਸ ਚੱਲ ਕੇ ਆਉਂਦਾ ਹੈ, ਬੋਲੀ ਤੇ ਕਿਰਿਆ ਤੋਂ ਉਹ ਸਭ ਕੁਝ ਜਾਣ ਜਾਂਦੇ ਹਨ। ਜਿਵੇਂ ਕਿਸੇ ਦਾ ਖਾਸ ਅਧਿਕਾਰ ਵੇਖਦੇ ਹਨ, ਉਸ ਤਰ੍ਹਾਂ ਹੀ ਸਤਿਗੁਰੂ ਜੀ ਉਸ ਨੂੰ ਉਪਦੇਸ਼ ਦਿੰਦੇ ਹਨ। ਜੇ ਹਕੀਮ ਬੁੱਧੀ ਵਿੱਚ ਥੋੜ੍ਹੀ ਵਿੱਦਿਆ ਰੱਖਦਾ ਹੋਵੇ ਤਾਂ ਉਸ ਪਾਸੋਂ ਚਿੱਤ ਵਿੱਚ ਰੋਗ ਬਾਰੇ ਕੁਝ ਵੀ ਪਰਖਿਆ ਨਹੀਂ ਜਾਂਦਾ। ਰੋਗ ਕੋਈ ਹੋਰ ਹੁੰਦਾ ਹੈ ਤੇ ਦਵਾਈ ਕੋਈ ਹੋਰ ਦੇ ਦਿੰਦਾ ਹੈ, ਫਿਰ ਰੋਗ ਨਹੀਂ ਜਾਂਦਾ, ਉਲਟਾ ਪ੍ਰਾਣਾਂ ਦਾ ਨਾਸ਼ ਹੋ ਜਾਂਦਾ ਹੈ। ਇਸ ਤਰ੍ਹਾਂ ਕੱਚੇ ਅਣਜਾਣ ਗੁਰੂ ਸਿੱਖਾਂ ਦੇ ਅਧਿਕਾਰਾਂ ਦੀ ਸਹੀ ਪਹਿਚਾਣ ਨਹੀਂ ਕਰ ਸਕਦੇ। ਇਸ ਤਰ੍ਹਾਂ ਜੇ ਅਯੋਗ ਉਪਦੇਸ਼ ਦੇਵੇ ਤਾਂ ਮੁਕਤੀ ਮਿਲਣੀ ਤਾਂ ਇੱਕ ਪਾਸੇ, ਮਰ ਕੇ ਨਰਕਾਂ ਵਿੱਚ ਜਾਂਦਾ ਹੈ। ਇਸ ਕਰਕੇ ਤੁਸੀਂ ਆਪਣੇ ਹਿਰਦੇ ਵਿੱਚ ਵਿਚਾਰ ਲਓ ਤੇ ਭਗਤੀ ਕਰਨ ਦੇ ਅਧਿਕਾਰੀ ਹੋਵੋ। ਸਤਨਾਮ ਦਾ ਦਿਨ ਰਾਤ ਸਿਮਰਨ ਕਰਿਆ ਕਰੋ ਤੇ ਚੰਗੀ ਤਰ੍ਹਾਂ ਸਤਸੰਗਤ ਦੀ ਸੇਵਾ ਕਰਿਆ ਕਰੋ। ਗੁਰਸਿੱਖਾਂ ਦੀ ਟਹਿਲ ਸੇਵਾ ਕਰਿਆ ਕਰੋ। ਹਿਰਦੇ ਵਿਚਲੇ ਹੰਕਾਰ ਨੂੰ ਦੂਰ ਕਰ ਲਓ। ਇਸ ਤਰ੍ਹਾਂ ਚਾਰੇ ਸਿੱਖਾਂ ਨੇ ਗੁਰੂ ਜੀ ਦਾ ਉਪਦੇਸ਼ ਸੁਣ ਕੇ ਆਪਣਾ ਮਨ ਸੇਵਾ ਵਿੱਚ ਲਾਇਆ। ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਕੇ ਉਹਨਾਂ ਨੇ ਪਰਮ ਗਤੀ ਪਾਈ ਤੇ ਸੇਵਾ ਕਰਨ ਕਰਕੇ ਸਤਿਗੁਰੂ ਜੀ ਨੇ ਉਹਨਾਂ ਦੀ ਅੰਤਲੇ ਸਮੇਂ ਤੱਕ ਸਹਾਇਤਾ ਕੀਤੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।